ਦੋਸਤੋ ਅਕਸਰ ਘਰਾਂ 'ਚ ਔਲਾਦ ਨਹੀਂ ਹੁੰਦੀ ਤੇ ਔਲਾਦ ਦੇ ਬਾਰੇ ਬੰਦਾ ਬੜਾ ਪਰੇਸ਼ਾਨ ਹੁੰਦਾ ਹੈ, ਭੱਜਦਾ ਹੈ, ਨੱਸਦਾ ਹੈ ਡਾਕਟਰ ਕੋਲੋਂ। ਤੁਹਾਨੂੰ ਮੈਂ ਔਲਾਦ ਦਾ ਤਰੀਕਾ ਇੱਕ ਐਸਾ ਤਰੀਕਾ ਦੱਸਦਾ ਨਾ ਕਿ ਸ਼ਾਇਦ ਤੁਸੀਂ ਪਹਿਲੇ ਕਦੇ ਨਹੀਂ ਸੁਣਿਆ ਹੈਗਾ, ਤੇ ਹੈ ਵੀ ਬਹੁਤ ਆਸਾਨ ਤਰੀਕਾ ਹੈ ਜੀ। ਕਿ ਇੱਕ ਔਰਤ ਜਿਹਦੇ ਘਰ 'ਚ ਅਰਸਾ ਦਰਾਜ਼ ਤੋਂ ਔਲਾਦ ਨਹੀਂ ਸੀ ਹੋਣ ਡਈ, ਤੇ ਉਹ ਵਿਚਾਰੀ ਜਿਹੜੀ ਨਾ ਦਰ ਦੇ ਚੱਕਰਾਂ ਦਰਬਾਰ ਵੇਖ ਲਏ, ਇਲਾਜ ਵੇਖ ਲਏ, ਦੁਆਵਾਂ ਕਰਵਾ ਲਈਆਂ, ਤੇ ਬੜੀ ਪਰੇਸ਼ਾਨ ਸੀ। ਉਹਦੇ ਘਰ ਨਾਲ ਔਲਾਦ ਨਹੀਂ ਸੀ ਹੁੰਦੀ। ਉਹਨੇ ਦੁਨੀਆ ਦਾ ਹਰ ਕਿਸਮ ਦਾ ਇਲਾਜ ਕਰਵਾ ਲਿਆ, ਤੇ ਆਖਿਰਕਾਰ ਉਹ ਘਰ ਬੈਠ ਗਈ। ਉਹ ਜਦੋਂ ਪ੍ਰੈਗਨੈਂਟ ਹੁੰਦੇ ਸੀ ਤੇ ਉਹਦੇ ਜਦੋਂ ਡਿਲੀਵਰੀ ਦਾ ਟਾਈਮ ਹੋਣਾ ਕਿ ਇਬਤਦਾਈ ਜਦੋਂ ਹੁੰਦੀ ਸੀ ਕਿ ਹਮਲ ਠਹਿਰਦਾ ਸੀ, ਤੇ ਉਹਦਾ ਬੱਚਾ ਦਾ ਹਮਲ ਠਹਿਰਦਾ ਬੱਚਾ ਦਾ ਉਹ ਇੰਨੀ ਖੌਫਜ਼ਦਾ ਹੋ ਗਈ ਸੀ ਇਸ ਪ੍ਰੋਸੀਜਰ ਤੋਂ, ਸ਼ਾਦੀ ਤੋਂ ਬਾਅਦ, ਕਿ ਉਹ ਆਪਣੀ ਟਾਇਲਟ ਦੇ ਕਰੀਬ ਜਿਹੜੀ ਮਤਲਬ ਕਮਰੇ ਦੇ ਨਾਲ ਟਾਇਲਟ ਸੀ, ਉੱਥੇ ਮੰਜੀ ਡਾਹ ਲੈਂਦੀ ਸੀ ਤੇ ਉੱਥੇ ਜ਼ਿੰਦਗੀ ਬਸਰ ਕਰਦੀ। ਜਦੋਂ ਉਹਨੂੰ ਪ੍ਰੈਗਨੈਂਸੀ ਦਾ ਹੁੰਦਾ ਸੀ ਕਿ ਮੈਂ ਪ੍ਰੈਗਨੈਂਟ ਹੋ ਗਈ ਹਾਂ, ਤੇ ਇਹ ਨਾ ਹੋਏ ਕਿ ਮੈਂ ਚੱਲਾਂ ਫਿਰਾਂ ਤੇ ਉਹ ਮੇਰਾ ਫਿਰ ਹਮਲ ਜ਼ਾਇਆ ਹੋ ਜੀ। ਤੇ ਸੂਰਤ ਇਸ ਦੇ ਵਿੱਚ ਨਾ ਤੇ ਅਚਾਨਕ ਇੱਕ ਐਸਾ ਹਾਦਸਾ ਹੁੰਦਾ ਹੈ, ਇੱਕ ਐਸਾ ਵਾਕਿਆ ਹੁੰਦਾ ਹੈ ਕਿ ਜਿਹੜੀ ਉਹਦੀ ਜ਼ਿੰਦਗੀ ਦੀ ਕਾਇਆ ਪਲਟ ਦਿੰਦੀ, ਯਾਨੀ ਅੱਲਾਹ ਤਾਲਾ ਉਹਨੂੰ ਔਲਾਦ ਤੋਂ ਨਵਾਜ਼ ਦਿੰਦਾ ਹੈ। ਅਗਰ ਇਹ ਵਾਕਿਆ ਸੁਣਨਾ ਚਾਹੁੰਦੇ ਹੋ ਤੁਹਾਨੂੰ ਮੈਂ ਸੁਣਾਉਣਾ ਵਾਂ ਕਿ ਉਹਦੇ ਵਿੱਚ ਇਹ ਤੁਹਾਨੂੰ ਦੱਸਾਂ ਕਿ ਉਹਨੇ ਸਾਰੇ ਹਕੀਮ, ਸਾਰੇ ਦੇਸੀ, ਸਾਰੇ ਐਲੋਪੈਥਿਕ ਡਾਕਟਰ ਕੋਲ ਚੱਕਰ ਲਗਾਉਣ ਤੋਂ ਬਾਅਦ ਜਿਹੜਾ ਨੁਸਖਾ ਅੱਲਾਹ ਤਾਲਾ ਨੇ ਉਹਦੇ ਪੇਸ਼ ਕੀਤਾ ਉਹ ਇਹ ਸੀ ਕਿ ਇੱਕ ਦਿਨ ਉਹ ਘਰ ਦੇ ਵਿੱਚ ਨਾ ਜੈਸਾ ਮਾਮੂਲ ਦੇ ਮੁਤਾਬਕ ਅਸੀਂ ਘਰ 'ਚ ਹੁੰਦੇ ਹਾਂ, ਪਠਾਨ ਔਰਤ ਉਹ ਘਰ 'ਚ ਨਾ ਆਰਾਮ ਕਰਦੀ ਪਈ ਸੀ, ਤੇ ਅਚਾਨਕ ਬਾਹਰ ਸ਼ੋਰ ਸੁਣਦੀ ਹੈ ਤੇ ਦੌੜ ਕੇ ਬਾਹਰ ਨਿਕਲਦੀ ਹੈ। ਤੇ ਇੱਕ ਐਸਾ ਹਾਦਸਾ ਹੁੰਦਾ ਹੈ ਕਿ ਇੱਕ ਬਿੱਲੀ, ਉਹਦੇ ਬੱਚੇ 6-7 ਬੱਚੇ ਹੁੰਦੇ ਨੇ, ਉਹ ਬੱਚੇ ਛੋਟੇ ਛੋਟੇ ਮੁਹੱਲੇ ਦੇ ਚਾਰਤੀ, ਉਹ ਬੱਚੇ ਮਾਰ ਕੇ ਤੇ ਉਹ ਸੁੱਟਦੇ ਨੇ, ਕੋਈ ਉੱਥੇ ਸੁੱਟਦੇ ਨੇ, ਕੋਈ ਉੱਥੇ ਸੁੱਟਦੇ ਨੇ। ਤੇ ਇੱਕ ਬਿੱਲੀ ਨੂੰ ਵੇਖਦੀ, ਇੱਕ ਬਿੱਲੀ ਰੋਂਦੀ ਹੋਈ ਬੱਚਿਆਂ ਕੋਲੋਂ ਕਦੀ ਜਾਂਦੀ, ਇੱਕ ਬੱਚੇ ਕੋਲ ਜਾਂਦੀ ਉਹ ਵੀ ਮਰਿਆ, ਦੂਜੇ ਕੋਲ ਜਾਂਦੀ ਉਹ ਮਰਿਆ, ਤੀਜੇ ਕੋਲ ਜਾਂਦੀ ਉਹ ਵੀ ਮਰਿਆ। ਉਹ 6-7 ਬੱਚੇ ਹੁੰਦੇ ਨੇ। ਐਸਾ ਵਿਚਾਰੀ ਨਾ ਉਹ ਚੱਕਰ ਲਗਾਉਂਦੀ, ਤੇ ਅੱਖਾਂ 'ਚ ਅਥਰੂ ਸੀ ਬਿੱਲੀ ਦੇ। ਹੁਣ ਬਿੱਲੀ ਦੇ ਅਥਰੂ ਤੇ ਉਸ ਔਰਤ ਦੇ, ਉਹ ਜਿਹਨੂੰ ਪ੍ਰੈਗਨੈਂਸੀ ਦੀ ਮਤਲਬ ਕਿ ਹੋਣ ਦਾ ਚਾਂਸ ਹੁੰਦਾ ਸੀ ਤੇ ਬੱਚਾ ਜ਼ਾਇਆ ਹੋ ਜਾਂਦਾ ਸੀ, ਉਹਨੇ ਐਸਾ ਕਰਕੇ ਬਾਰੀ 'ਚੋਂ ਵੇਖਿਆ ਤੇ ਉਹਦੇ ਕੋਲ ਵੇਖਿਆ ਨਾ ਗਿਆ, ਤੇ ਉਹ ਆਹਿਸਤਾ ਬਾਹਰ ਗਈ ਡਰਦੀ ਕਿ ਬਿੱਲੀ ਦੇ ਬੱਚੇ ਮਰੇ ਨੇ, ਇਹ ਨਾ ਬਿੱਲੀ ਮੇਰੇ ਤੇ ਅਟੈਕ ਕਰਦੇ ਕਿ ਇੰਨੇ ਬੱਚੇ ਮਾਰੇ। ਹੁਣ ਜਦੋਂ ਇਹ ਸੂਰਤ-ਹਾਲ ਹੋਈ ਨਾ, ਉਹ ਵੀ ਡਰਦੀ ਨਾ ਉਹਨੇ ਐਸਾ ਕੀਤਾ, ਇੱਕ ਛੋਟਾ ਜਿਹਾ ਡੱਬਾ ਲਿਆ ਤੇ ਡੱਬੇ ਦੇ ਵਿੱਚ ਸਾਰੇ ਬੱਚੇ ਜਿਹੜੇ ਨਾ ਇੱਕ ਇੱਕ ਕਰਕੇ ਰੱਖਦੇ ਨੇ, ਉਹ ਫੌਤ ਹੋਏ ਵਿਚਾਰੇ, ਮਰੇ ਹੋਏ ਜਿਹੜੇ ਬੱਚਿਆਂ ਨੇ ਮਾਰਤੇ ਸੀ ਮਹੱਲੇ ਦੇ ਬੱਚਿਆਂ ਨੇ ਸ਼ਰਾਰਤੀ, ਉੱਥੇ ਰੱਖਦੇ। ਤੇ ਉਹਦੇ ਬਾਅਦ ਨਾ ਬਿੱਲੀ ਜਿਹੜੀ ਨਾ ਉਹਨੂੰ ਸੱਜੇ ਖੱਬੇ ਨਹੀਂ ਛਾਣਾ ਪੈਂਦਾ, ਉਹਦੇ ਸਰਾਣੇ ਬਹਿ ਕੇ ਬੱਚਿਆਂ ਦੇ ਨਾਲ ਰੋਣਾ ਸ਼ੁਰੂ ਕਰਤਾ ਉਹਨੇ, ਬਿੱਲੀ ਨੇ। ਹਨਾ ਰੋਏ, ਬੜੀ ਤਕਲੀਫ ਸੀ। ਮਾਂ ਹੁੰਦੀ ਹੈ। ਤੇ ਉਹ ਔਰਤ ਕਹਿੰਦੀ ਮੈਂ ਜਲਦੀ ਰੱਖ ਕੇ ਅੰਦਰ ਆਈਆਂ ਤੇ ਅੰਦਰੋਂ ਆ ਕੇ ਨਾ ਤੇ ਮੈਂ ਨਾ ਉਹਨੇ ਐਸਾ ਕਰਕੇ ਨਾ ਦੇਖਣਾ ਸ਼ੁਰੂ ਕਰਤਾ ਬੱਚਿਆਂ ਨੂੰ। ਤੇ ਉਹ ਬਿੱਲੀ ਜਿਹੜੀ ਨਾ ਉਹ ਇੱਕ ਵਾਰੀ ਬੱਚਿਆਂ ਮੂੰਹ ਕਰਕੇ ਰੋਏ, ਤੇ ਇੱਕ ਵਾਰੀ ਐਸਾ ਬਾਰੀਅਲ ਵੇਖੀ, ਸ਼ਾਇਦ ਉਹਨੂੰ ਬਾਰੀ ਨੂੰ ਨਜ਼ਰ ਆ ਰਿਹਾ ਹੋਇਆ, ਹਾਲਾਂਕਿ ਉਹ ਜਾਲੀ ਜਿਹੀ ਲੱਗਾ ਸ਼ੀਸ਼ਾ, ਤੇ ਉਹ ਇੱਕ ਵਾਰੀ ਬਾਰੀਅਲ ਵੇਖੇ ਤੇ ਇੱਕ ਵਾਰੀ ਉਧਰ ਵੇਖੇ, ਇੱਕ ਵਾਰੀ ਬਾਰੀਅਲ ਵੇਖੇ ਤੇ ਇੱਕ ਵਾਰੀ ਉਧਰ ਵੇਖੇ। ਇਹ ਹੀ ਉਹ ਬਿੱਲੀ ਦਾ ਤਸਲਸਲ ਸੀ, ਉਹ ਮੁਸਲਸਲ ਵੇਖਦੀ ਰਹੀ। ਤੇ ਫਿਰ ਆਖਿਰਕਾਰ ਜੋ ਵੀ ਹੋਇਆ, ਉਹ ਬੱਚੇ ਦਬ ਦਿੱਤੇ, ਜੋ ਵੀ ਸੂਰਤ-ਹਾਲ ਹੋਈ। ਤੇ ਉਹਦੇ ਬਾਅਦ ਖੁਦਾ ਤਾਲਾ ਦਾ ਕਰਨਾ ਐਸਾ ਹੋਇਆ ਕਿ ਰੱਬ ਨੇ ਸਾਰਿਆਂ ਨਾਲੋਂ ਵੱਡੀ ਦੁਨੀਆ ਦੀ ਨਿਮਤ ਦਿੱਤੀ, ਕਿ ਯਾਨੀ ਉਹਨੂੰ ਪੁੱਤਰ ਉਹਨੂੰ ਬੱਚੇ ਦਿੱਤੇ। ਅੱਜ ਉਹ ਬੱਚੇ ਸਿਹਤਮੰਦ ਨੇ, ਅੱਜ ਉਹ ਬੱਚੇ ਵੱਡੇ ਹੋ ਗਏ ਨੇ, ਤੇ ਉਹ ਹਮੇਸ਼ਾ ਹੀ ਪਸ਼ਾਵਰ ਦੀ ਰਹਿਣ ਵਾਲੀ ਹੈ, ਅੱਜ ਵੀ ਜ਼ਿੰਦਾ ਵੀ ਮਾਸ਼ਾਅੱਲਾ, ਉਹਦੇ ਬੱਚੇ ਵੀ ਜ਼ਿੰਦਾ ਨੇ, ਬੱਚੇ ਹਯਾਤ ਨੇ। ਤੇ ਮਾਂ ਉਹਨਾਂ ਦੀ ਇਹੀ ਕਹਿੰਦੀ, ਅੱਜ ਵੀ ਮੁਹੱਲੇ 'ਚ ਕਹਿੰਦੀ, ਰਿਸ਼ਤੇਦਾਰਾਂ ਨੂੰ ਕਹਿੰਦੀ ਹੈ ਕਿ ਇਹ ਬਿੱਲੀ ਦੀ ਦੁਆ ਨਾਲ ਬੱਚੇ ਹੋਏ ਨੇ, ਬਿੱਲੀ ਦੀ ਦੁਆ ਨਾਲ ਬੱਚੇ ਹੋਏ ਨੇ। ਦੇਖੋ, ਜਾਨਵਰਾਂ ਨਾਲ ਵੀ ਰਹਿਮ ਸਾਨੂੰ ਕਰਨਾ ਚਾਹੀਦਾ। ਅਸੀਂ ਕਈ ਵਾਰ ਜਾਨਵਰਾਂ ਨਾਲ ਰਹਿਮ ਨਹੀਂ ਕਰਦੇ। ਇਹ ਕੱਲ੍ਹ ਪਰਸੋਂ ਇੱਕ ਵਾਕਿਆ ਉਹ ਪੜ੍ਹ ਕੇ ਦਿਲ ਦਹਿਲ ਜਾਂਦਾ ਹੈ ਕਿ ਕਿਸੇ ਆਪਣੀ ਸਿਆਸਤ ਦੀ ਖਾਤਰ, ਰਿਆਸਤ ਦੀ ਖਾਤਰ ਜਾਂ ਗੁੱਸੇ ਦੀ ਖਾਤਰ ਉਹ ਪਾਕਿਸਤਾਨ ਦੇ ਵਿੱਚ ਉਹ ਮਾਲ ਜਲਾਦਾ, ਮਾਲ ਦੀ ਮੱਝਾਂ ਗਾਵਾਂ ਸੜੀਆਂ ਹੋਈਆਂ। ਉਸ ਤੋਂ ਪਹਿਲੇ ਕੂੰਟ ਦੀ ਲੱਤ ਘੱਟ ਤੇ ਗਈ ਸੀ। ਯਾਰ ਐਸੇ ਜ਼ੁਲਮ ਕਰਦੇ ਨੇ। ਹਾਲਾਂਕਿ ਇਹ ਜਾਨਵਰਾਂ ਦੀ ਵੀ ਦੁਆ ਲੱਗ ਸਕਦੀ ਹੈ, ਬਦਦੁਆ ਵੀ ਲੱਗ ਸਕਦੀ, ਕੋਈ ਇਲਾਹੀ ਅਜ਼ਾਬ ਵੀ ਆ ਸਕਦੇ ਹੈਗੇ। ਬਹਰਹਾਲ ਇਹ ਦੁਆ ਦਾ ਮੈਨੂੰ ਵਾਕਿਆ ਸੁਣਾਇਆ ਸੀ, ਤੇ ਜਿਹਨਾਂ ਨੇ ਸੁਣਾਇਆ ਸੀ ਉਹਨਾਂ ਦੀ ਭਾਬੀ ਦਾ ਵਾਕਿਆ ਸੀ। ਬਿਲਕੁਲ ਸਹੀ ਹੈ। ਤੇ ਐਸਾ ਹੀ ਹੋਇਆ ਸੀ
ਕਹਿੰਦੇ ਅੱਜ ਤੱਕ ਮੇਰੀ ਭਾਬੀ ਆਈ ਕਹਿੰਦੀ ਹੈ ਕਿ ਇਹ ਜਿਹੜੇ ਮੇਰੇ ਬੱਚੇ ਨੇ ਨਾ, ਜਿਹੜੇ ਮੇਰੇ ਘਰ 'ਚ ਰੌਣਕ ਲੱਗੀ ਹੈ, ਜਿਹੜਾ ਬਾਗ ਹੈ, ਇਹ ਬਾਗ ਇਹ ਸਿਰਫ ਇੱਕ ਬਿੱਲੀ ਦੀ ਦੁਆ ਨਾਲ, ਯਾਨੀ ਬਿੱਲੀ ਨਾਲ ਹਮਦਰਦੀ ਕੀਤੀ। ਅਕਸਰ ਲੋਕ ਬਿੱਲੀ ਨੂੰ ਮਾਰਦੇ ਨੇ ਜਾਂ ਦੂਸਰੇ ਜਾਨਵਰਾਂ 'ਤੇ ਜ਼ੁਲਮ ਕਰ ਦਿੰਦੇ ਨੇ। ਜੈਸਾ ਪਿੱਛੇ ਕਰਕੇ ਊਂਠ 'ਤੇ ਇੱਕ ਜ਼ੁਲਮ ਹੋਇਆ ਸੀ, ਇੱਕ ਊਂਠ ਦੀ ਲੱਤ ਕੱਟੀ ਗਈ। ਉਹ ਛੋਟਾ ਵਾਕਿਆ ਨਹੀਂ ਹੈਗਾ, ਉਹ ਬਹੁਤ ਵੱਡਾ। ਜਾਨਵਰਾਂ ਦੀ ਬਦ ਦੁਆ ਹੁੰਦੀ ਹੈ ਨਾ, ਬਿਲਾ ਬਗੈਰ ਵਜ੍ਹਾ ਤੋਂ ਕਿਸੇ ਨੂੰ ਕਤਲ ਕਰ ਦੇਣਾ, ਉਹ ਵੀ ਬਹੁਤ ਵੱਡਾ ਜੁਰਮ ਹੈ। ਬਹਰਹਾਲ ਕੱਲ੍ਹ ਦੀ ਇੱਕ ਵੀਡੀਓ ਦੇਖੀ ਸੀ ਕਿ ਜਿਹਦੇ ਮਵੇਸ਼ੀ ਚਲਾਏ ਸੀ, ਅਤੇ ਇਸੇ ਤਰ੍ਹਾਂ ਫਿਰ ਮੈਨੂੰ ਬਿੱਲੀ ਦਾ ਵਾਕਿਆ ਵੀ ਯਾਦ ਆ ਗਿਆ ਕਿ ਬਿੱਲੀ ਦੀ ਵਜ੍ਹਾ ਤੋਂ ਅੱਲਾਹ ਤਾਲਾ ਨੇ ਉਸ ਘਰ ਦੇ ਵਿੱਚ ਰੌਣਕਾਂ ਲਾਤੀਆਂ, ਘਰ ਦੇ ਵਿੱਚ ਔਲਾਦ ਦੇ ਦਿੱਤੀ। ਅੱਜ ਵੀ ਔਲਾਦ ਤੋਂ ਜ਼ਿੰਦਾ ਹੈ, ਹਯਾਤ ਤੇ ਪਿਸ਼ਾਵਰ 'ਚ। ਅਤੇ ਐਸੇ ਕੰਮ ਨਹੀਂ ਕਰਨੇ ਚਾਹੀਦੇ। ਮੇਰੀ ਇੱਕ ਦਰਖਾਸਤ ਹੀ ਹੈ, ਇਨਸਾਨਾਂ 'ਤੇ ਵੀ ਰਹਿਮ ਕਰਨਾ ਚਾਹੀਦਾ ਹੈ ਅਤੇ ਜਾਨਵਰਾਂ 'ਤੇ ਵੀ। ਅਸਲਾਮ ਵਾਲੇਕੁਮ ਵਰਹਿਮਤੁல்லாਹ ਵਬਰਕਾਤੁਹ। ਅਗਰ ਇਹ ਤੁਹਾਨੂੰ ਵਾਕਿਆ ਅੱਛਾ ਲੱਗੇ ਅਤੇ ਇਹਨੂੰ ਦੋਸਤਾਂ 'ਚ ਸ਼ੇਅਰ ਕਰਨਾ, ਤਾਂ ਕਿ ਅਸੀਂ ਇਸ ਚੀਜ਼ ਤੋਂ ਕੇਅਰ ਕਰ ਸਕੀਏ ਕਿ ਐਸਾ ਦੇ ਕੰਮ ਨਾ ਕਰੀਏ। ਠੀਕ ਹੈ, ਮਾਸ਼ਰੇ ਵਿੱਚ। ਬਹੁਤ ਸ਼ੁਕਰੀਆ ਸਰ। ਅਸਲਾਮ ਵਾਲੇਕੁਮ।